इट्स अगेन अबाउट द यूजेज ऑफ द। ਇਹਦੇ 'ਚ ਆਪਾਂ ਦੇਖਾਂਗੇ ਕਿ ਜਿਹੜੇ ਕੋਈ ਇੰਸਟੀਚਿਊਟਸ ਦੀ ਗੱਲ ਹੋ ਰਹੀ ਹੈ ਜਿਵੇਂ ਕਿ ਸਕੂਲ ਦੇ ਨਾਲ ਕਿੱਥੇ ਦ ਲੱਗਦਾ ਤੇ ਕਿੱਥੇ ਦ ਨਹੀਂ ਲੱਗਦਾ। ਹੁਣ ਇਹਨੇ ਦੋ ਐਗਜ਼ਾਮਪਲਸ ਦਿੱਤੀਆਂ ਨੇ। ਪਹਿਲੀ ਐਗਜ਼ਾਮਪਲ 'ਚ ਉਹ ਕਹਿ ਰਿਹਾ ਹੈ कि Ellie is 10 years old. Every day she goes to school. She's at school now. School starts at 9 and finishes at 3. ਹੁਣ ਜਿੱਥੇ ਵੀ ਕਿਤੇ ਸਕੂਲ ਲੱਗਿਆ ਕਿਤੇ ਵੀ ਦ ਯੂਜ਼ ਨਹੀਂ ਹੋਇਆ। ਕਿਉਂ ਦ ਯੂਜ਼ ਨਹੀਂ ਹੋਇਆ? ਬਿਕੋਜ਼ ਵੀ ਆਰ ਟਾਕਿੰਗ ਅਬਾਊਟ ਅ concept. We are not talking about a specific school. We are talking about school as a general school, general idea of school. ठीक है, मतलब एक कोई भी स्कूल जिथे बच्चा जाता है, जिथे बच्चा पढ़ता है। ठीक है, so in second example, in your right hand side, today Ellie's mother wants to speak to her daughter's teacher, so she has gone to the school to see her. She is at the school now. ਹੁਣ ਇੱਥੇ ਸਪੈਸੀਫਿਕ ਸਕੂਲ ਦੀ ਗੱਲ ਹੋ ਰਹੀ ਹੈ ਜਿੱਥੇ ਐਲੀ ਦੀ ਜਿਹੜੀ ਮਦਰ ਹੈ ਉਹਨੇ ਜਾਣਾ ਹੈ ਉਹਦੀ ਟੀਚਰ ਨੂੰ ਮਿਲਣ ਲਈ। ਠੀਕ ਹੈ, ਉਹ ਐਲੀ ਦੇ ਸਕੂਲ ਦੀ ਗੱਲ ਹੋ ਰਹੀ ਹੈ, ਕਿਸੇ ਵੀ ਸਕੂਲ ਦੀ ਗੱਲ ਨਹੀਂ ਹੋ ਰਹੀ, ਕਿਸੇ ਵੀ ਜਨਰਲ ਸਕੂਲ ਦੀ ਗੱਲ ਨਹੀਂ ਹੋ ਰਹੀ। ਉਹ ਸਪੈਸੀਫਿਕਲੀ ਐਲੀ ਦੇ ਸਕੂਲ ਦੀ ਗੱਲ ਹੋ ਰਹੀ ਹੈ ਜਿੱਥੇ ਉਹਦੀ ਮਦਰ ਨੇ ਜਾਣਾ ਹੈ। ਐਲੀ ਦੀ ਮਦਰ ਰੋਜ਼ ਸਕੂਲ ਨਹੀਂ ਜਾਂਦੀ, ਉਹਨੇ ਜਾਣਾ ਹੈ ਤਾਂ ਇੱਕ ਸਪੈਸੀਫਿਕ ਸਕੂਲ 'ਚ ਜਾਣਾ ਹੈ ਵਿਚ ਬਿਲੋਂਗਸ ਟੂ ਐਲੀ। ਓਕੇ, ਜਿੱਥੇ ਐਲੀ ਪੜ੍ਹਦੀ ਹੈ। ਸੋ ਉਸ ਟਾਈਮ 'ਤੇ ਸਕੂਲ ਦੇ ਨਾਲ ਦ ਯੂਜ਼ ਹੋਇਆ। ठीक है, इस तरह ही बाकी इंस्टीट्यूट्स जिवें चर्च हो गया, प्रिजन हो गया, जेल हो गया, हॉस्पिटल हो गया, इन्हां दे नाल भी सिमिलरली ਜਦੋਂ ਤਾਂ ਆਪਾਂ ਇਨ ਜਨਰਲ ਪ੍ਰਿਜ਼ਨ ਦੀ ਗੱਲ ਕਰ ਰਹੇ ਹਾਂ ਉੱਥੇ ਏ ਐਨ ਨਹੀਂ ਆਉਣਾ ਹੈਗਾ, ਦ ਨਹੀਂ ਆਉਣਾ ਹੈਗਾ। ਬਟ ਜਦੋਂ ਕਿਸੇ ਸਪੈਸੀਫਿਕ ਪ੍ਰਿਜ਼ਨ ਦੀ ਗੱਲ ਹੋ ਰਹੀ ਹੈ ਤਾਂ ਦ ਆਏਗਾ। ਠੀਕ ਹੈ, ਸੋ ਲੈਟਸ ਸਟਾਰਟ ਐਕਸਰਸਾਈਜ਼ ਨਾਓ 74.1। okay, in this complete each sentence using a preposition। ਆਪਾਂ preposition ਲਗਾਣੀ ਹੈ। preposition ਕਿਹੜੇ words ਹੁੰਦੇ ਨੇ ਜਿਹੜੇ ਕਿਸੇ ਵੀ object ਦੀ position ਦੱਸਦੇ ਨੇ। ਠੀਕ ਹੈ, to, at, in, etc plus one of these words। to, at, in, etc ਲਗਾ ਕੇ ਇਹਨਾਂ ਵਿੱਚੋਂ ਕੋਈ word use ਕਰਨਾ। so second question ਹੈ in Britain children from the age of 5 have to go dash। ਹੁਣ ਇਹਨਾਂ ਚੋਂ ਕਿਹੜਾ word ਆ ਸਕਦਾ ਹੈ? ਹੁਣ ਏਜ ਆਫ 5 ਯੂਨੀਵਰਸਿਟੀ 'ਚ ਤਾਂ ਨਹੀਂ ਜਾਣਗੇ, ਨਾ ਹੀ ਕੰਮ 'ਤੇ ਜਾਣਗੇ, ਨਾ ਹੀ ਪ੍ਰਿਜ਼ਨ, ਹਸਪੀਟਲ, ਹੋਮ, ਬੈਡ, ਨੋ। ਸੋ ਸਕੂਲ। ਸੋ ਇਨ ਬ੍ਰਿਟੇਨ ਚਿਲਡਰਨ ਫਰੋਮ ਏਜ ਆਫ 5 ਹੈਵ ਟੂ ਗੋ ਟੂ ਸਕੂਲ। ਗੋ ਟੂ ਸਕੂਲ। ਓਕੇ, ਟੂ ਪ੍ਰੈਪੋਜੀਸ਼ਨ ਆ ਗਿਆ ਤੇ ਨਾਲ ਸਕੂਲ ਆ ਗਿਆ। ਹੁਣ ਕਿਸੇ ਸਪੈਸੀਫਿਕ ਸਕੂਲ ਦੀ ਗੱਲ ਨਹੀਂ ਹੋਈ, ਇਸ ਕਰਕੇ ਸਕੂਲ ਬਿਨਾਂ ਦ ਤੋਂ ਆਇਆ। ਥਰਡ ਹੈ ਮਾਰਕ ਡਿਡਨਟ ਗੋ ਆਊਟ ਲਾਸਟ ਨਾਈਟ, ਹੀ ਸਟੇਡ ਡੈਸ਼, ਹੀ ਸਟੇਡ ਐਟ ਹੋਮ। Next है there is a lot of traffic in the morning when everybody is going to work। सारे सवेरे सवेरे कितने जाते हैं? To work। Next है Kate's mother has just had an operation, she is still in hospital। okay, ਉਹਦਾ ਹੁਣੇ operation ਹੋਇਆ ਹੈ ਤੇ ਉਹ ਹਜੇ ਵੀ hospital 'ਚ ਹੈ। Next है when Sophie leaves school she wants to study economics। ਜਦੋਂ ਸੋਫੀ ਸਕੂਲ ਛੱਡ ਜੂਗੀ, ਮੀਨਸ ਸਕੂਲ ਜਦੋਂ ਉਹਦਾ ਪੂਰਾ ਹੋ ਜੂਗਾ ਤਾਂ ਉਹ ਇਕਨੋਮਿਕਸ ਪੜ੍ਹਨਾ ਚਾਹੁੰਦੀ ਹੈ। ਸਕੂਲ ਤੋਂ ਬਾਅਦ ਉਹ ਕਿੱਥੇ ਜਾਏਗੀ? ਸਕੂਲ ਤੋਂ ਬਾਅਦ ਇਹਨਾਂ ਚੋਂ ਕਿਹੜਾ ਆਏਗਾ? ਯੂਨੀਵਰਸਿਟੀ। ਸੋ ਸ਼ੀ ਵਾਂਟਸ ਟੂ ਸਟੱਡੀ ਇਕਨੋਮਿਕਸ ਐਟ ਯੂਨੀਵਰਸਿਟੀ। ਨੈਕਸਟ ਹੈ Ben never gets up before 9 o'clock। Ben 9 ਵਜੇ ਤੋਂ ਪਹਿਲਾਂ ਨਹੀਂ ਉੱਠਦਾ। It's 8:30 now, so he is still। ਉਹ ਕਹਿੰਦਾ 9 ਵਜੇ ਤੋਂ ਪਹਿਲਾਂ ਨਹੀਂ ਉੱਠਦਾ, 8:30 ਹੋਏ ਨੇ, ਸੋ ਹੀ ਇਜ਼ ਸਟਿਲ ਇਨ ਬੈਡ। ਸੋ ਉਹ ਹਜੇ ਵੀ ਬੈਡ 'ਚ ਹੈ, ਮੀਨਸ ਉਹ ਹਜੇ ਸੁੱਤਾ ਨਹੀਂ ਉੱਠਿਆ। ਇਫ ਪੀਪਲ ਕਮਿਟ ਕ੍ਰਾਈਮਸ ਦੇ ਮੇ ਬੀ ਸੈਂਟ ਟੂ ਪ੍ਰਿਜ਼ਨ। ਓਕੇ, ਇੱਥੇ ਹੁਣ ਆਪਾਂ ਕਿਹੜੇ ਪ੍ਰੈਪੋਜੀਸ਼ਨ ਯੂਜ਼ ਕੀਤੇ ਨੇ? to school, at home, to work, in hospital, at university, in bed and to prison। okay, so 74.2 complete the sentences with school or the school। ਸਾਰਿਆਂ ਦੇ ਵਿੱਚ ਆਪਾਂ ਬਸ ਇਹ ਦੇਖਣਾ ਹੈ ਕਿ ਸਕੂਲ ਲੱਗਣਾ ਜਾਂ the school ਲੱਗਣਾ। when he was younger Tim hated। ਜਦੋਂ ਟਿਮ ਛੋਟਾ ਸੀਗਾ ਤਾਂ ਉਹ ਕਿਹੜੀ ਚੀਜ਼ ਨੂੰ ਹੇਟ ਕਰਦਾ ਸੀ? ਸਕੂਲ ਨੂੰ। ਉਹ ਕਿਸੇ ਸਪੈਸੀਫਿਕ ਸਕੂਲ ਨੂੰ ਹੇਟ ਨਹੀਂ ਕਰਦਾ ਸੀ, ਜਿਹੜਾ ਵੀ ਕੋਈ ਸਕੂਲ ਹੈ, ਬਸ ਉਹ ਸਕੂਲ ਜਾਣ ਨੂੰ ਹੇਟ ਕਰਦਾ ਸੀ। ਠੀਕ ਹੈ, there were some parents waiting outside dash to meet their children। ਹੁਣ ਜਿਹੜੇ ਪੇਰੈਂਟਸ ਨੇ ਉਹ ਆਪਣੇ ਬੱਚਿਆਂ ਨੂੰ ਉਹਨਾਂ ਦੇ ਸਕੂਲ 'ਚ ਮਿਲਣ ਆਏ ਨੇ। ਉਹ ਕਿਸੇ ਵੀ ਸਕੂਲ 'ਚ ਨਹੀਂ ਚਲੇ ਗਏ, ਉਹ ਸਪੈਸੀਫਿਕ ਸਕੂਲ 'ਚ ਮਿਲਣ ਆਏ ਨੇ, ਸੋ ਦ ਸਕੂਲ ਆਏਗਾ। ਨੈਕਸਟ ਹੈ ਡੈਸ਼ ਯੂਜੂਲੀ ਸਟਾਰਟਸ ਐਟ 8:30 in the morning। ਠੀਕ ਹੈ, ਯੂਜੂਲੀ ਲੱਗਾ ਮੀਨਸ ਜ਼ਿਆਦਾਤਰ,
ठीक है, किसी स्पैसिफिक स्कूल की गल नहीं हो रही, ज़्यादातर जेडे स्कूल ने। सो स्कूल यूजुअली स्टार्ट्स एट 8:30। नेक्स्ट है हाउ डू योर चिल्ड्रन गेट टू एंड फ्रॉम डैश बाय बस। किद्दां जांदे ने, कित्थे किद्दां जांदे ने, स्कूल। हाउ डू योर चिल्ड्रन गेट टू एंड फ्रॉम स्कूल, स्कूल ओह किवें जांदे ने। देन नेक्स्ट है नो नो दे वॉक डैश इजंट वेरी फार। वो कहते नहीं वो तुर के जाते ने, बहुता दूर नहीं हैगा। की बहुता दूर नहीं हैगा, द स्कूल। द स्कूल इजंट वेरी फार। हुण इत्थे द स्कूल आया क्योंकि पहला ऑलरेडी स्कूल की गल हो चुकी सीगी, सो सैकेंड टाइम स्कूल नूं रैफर कर रहे हैं, द लग्या। वट सॉर्ट ऑफ जॉब डज एमिली वॉन्ट टू डू वैन शी लीव्स डैश। जदों ओह की छड्ड दूगी, स्कूल। जदों ओह ओहदी स्कूलिंग हो जाएगी, जदों ओहदा स्कूल पूरा हो जाएगा, उस तो बाद वो किद्दां दी जॉब करना चाहती है। नैक्सट है 74.3। ਇਹਦੇ 'ਚ ਆਪਾਂ ਦੇਖਣਾ ਹੈ ਸਮ ਆਫ ਦੀ ਸੈਂਟੈਂਸਿਸ ਨੀਡ ਦ ਕਰੈਕਟ ਦੈਮ ਵੇਅਰ ਨੈਸੈਸਰੀ। ਕਈ ਸੈਂਟੈਂਸਿਸ 'ਚ ਦ ਲੱਗਣਾ ਸੀ ਜਿਹੜਾ ਉਹਨਾਂ ਨੇ ਨਹੀਂ ਲਗਾਇਆ, ਆਪਾਂ ਦੇਖਣਾ ਹੈ ਕਿੱਥੇ ਲੱਗਣਾ ਸੀ ਬਟ ਨਹੀਂ ਲੱਗਿਆ, ਫਿਰ ਆਪਾਂ ਉਹਦੇ ਅੱਗੇ ਜਾਂ ਤਾਂ ਓਕੇ ਲਿਖ ਦਾਂਗੇ ਜਾਂ ਫਿਰ ਦ ਲਗਾਵਾਂਗੇ। ਜਿਵੇਂ ਏ ਤੇ ਬੀ ਆਲਰੇਡੀ ਕੀਤਾ ਹੋਇਆ, ਸੀ ਹੈ ਇਫ ਯੂ ਵਾਂਟ ਟੂ ਗੈਟ ਅ ਡਿਗਰੀ ਯੂ ਨੋਰਮਲੀ ਹੈਵ ਟੂ ਸਟੱਡੀ ਐਟ ਯੂਨੀਵਰਸਿਟੀ। ठीक है, ਹੁਣ ਇੱਥੇ ਕਿਸੇ ਸਪੈਸੀਫਿਕ ਯੂਨੀਵਰਸਿਟੀ ਦੀ ਗੱਲ ਨਹੀਂ ਹੋ ਰਹੀ, ਕਿਸੇ ਵੀ ਯੂਨੀਵਰਸਿਟੀ 'ਚੋਂ ਕਹਿੰਦੇ ਜੇ ਤੁਹਾਨੂੰ ਡਿਗਰੀ ਚਾਹੀਦੀ ਹੈ ਤੁਹਾਨੂੰ ਯੂਨੀਵਰਸਿਟੀ 'ਚ ਪੜ੍ਹਨਾ ਪਏਗਾ। ਸੋ ਦਿਸ ਇਜ਼ ਓਕੇ ਸੈਂਟੈਂਸ। ਨੈਕਸਟ ਹੈ ਦਿਸ ਇਜ਼ ਅ ਸਮਾਲ ਟਾਊਨ ਬਟ ਯੂਨੀਵਰਸਿਟੀ ਇਜ਼ ਦ ਬਿਗੇਸਟ ਇਨ ਦ ਕੰਟਰੀ। ਹੁਣ ਯੂਨੀਵਰਸਿਟੀ ਇਜ਼ ਦ ਬਿਗੇਸਟ, ਸੁਪਰਲੇਟਿਵ ਡਿਗਰੀ ਲੱਗੀ ਹੈ, ਇਜ਼ ਦ ਬਿਗੇਸਟ। ਠੀਕ ਹੈ, ਤੇ ਯੂਨੀਵਰਸਿਟੀ ਵੀ ਜਿਹੜੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ, ਉਹ ਸਪੈਸੀਫਿਕ ਯੂਨੀਵਰਸਿਟੀ ਦੀ ਗੱਲ ਹੋ ਰਹੀ ਹੈ ਜਿਹੜੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਸੋ ਦ ਯੂਨੀਵਰਸਿਟੀ ਇਜ਼ ਦ ਬਿਗੇਸਟ ਇਨ ਦ country. Second है my brother, second है part my brother has always been healthy, he's never been in hospital। ਹੁਣ ਕਿਸੇ specific hospital ਦੀ ਗੱਲ ਨਹੀਂ ਹੋਈ, in general ਗੱਲ ਹੋਈ ਹੈ, so it is okay to not use the here। B part है when Anne was ill I went to hospital to visit her। ਹੁਣ ਕਿਹੜੇ hospital ਦੀ ਗੱਲ ਹੋਈ ਹੈ ਜਿੱਥੇ Anne admitted ਸੀਗੀ, so I went to the hospital to visit her। When I was there I met Lisa who is a nurse at hospital। ਹੁਣ ਕਿਹੜੇ hospital 'ਚੋਂ nurse ਹੈ, ਉਸ ਸਪੈਸੀਫਿਕ hospital 'ਚ ਜਿਹ 'ਚ ਐਨ ਐਡਮਿਟਡ ਸੀਗੀ, ਸੋ ਇੱਥੇ ਵੀ hospital ਦੇ ਨਾਲ ਦ ਲੱਗੇਗਾ। ਨੈਕਸਟ ਸੀ ਪਾਰਟ ਹੈ a woman was injured in the accident and has taken to hospital। ਹੁਣ ਕਿਸੇ ਸਪੈਸੀਫਿਕ hospital ਦੀ ਗੱਲ ਨਹੀਂ ਹੋਈ ਇੱਥੇ, ਉਹ ਇੰਜਰਡ ਸੀਗੀ ਇਸ ਕਰਕੇ ਉਹਨੂੰ hospital ਲੈ ਜਾਇਆ ਗਿਆ। ਸੋ this is okay sentence। Third है John's mother is a regular church goer, she goes to church every Sunday। ਉਹ ਹਰ ਸੰਡੇ ਚਰਚ ਜਾਂਦੀ ਹੈ। ਓਕੇ, ਕਿਸੇ ਸਪੈਸੀਫਿਕ ਚਰਚ ਦੀ ਗੱਲ ਨਹੀਂ ਹੋਈ, ਉਹ ਕਿਸੇ ਵੀ ਚਰਚ 'ਚ ਜਾ ਸਕਦੀ ਹੈ ਹਰ ਸੰਡੇ। ਬੀ ਹੈ John himself doesn't go to church। ਜਿਹੜਾ ਜੌਨ ਹੈ ਉਹ ਚਰਚ ਨਹੀਂ ਜਾਂਦਾ, ਇਟ ਇਜ਼ ਆਲਸੋ ਓਕੇ, ਉਹ ਕਿਸੇ ਵੀ ਚਰਚ 'ਚ ਨਹੀਂ ਜਾਂਦਾ, ਕਿਸੇ ਸਪੈਸੀਫਿਕ ਚਰਚ ਦੀ ਗੱਲ ਨਹੀਂ ਹੋਈ। John went to church to take some pictures of the building। ਹੁਣ ਉਹ ਕਿਸੇ ਸਪੈਸੀਫਿਕ ਚਰਚ 'ਚ ਗਿਆ ਬਿਲਡਿੰਗ 'ਚ ਉਹਦੀਆਂ ਪਿਕਚਰਸ ਲੈਣ ਲਈ, ਸੋ ਇੱਥੇ went to the church ਆਏਗਾ। ਠੀਕ ਹੈ। फोर्थ है वाई इज शी इन प्रिजन, वट डिड शी डू। वो प्रिजन च क्यों आ, उन्हें की किया है। हुण किसी स्पैसीफिक प्रिजन की गल नहीं हुई, इन जनरल वो प्रिजन च क्यों। बी पार्ट है अ फ्यू डेज अगो फायर फाइटर्स वर कॉल्ड टू प्रिजन टू पुट आउट अ फायर। हुण इत्थे किसी स्पैसीफिक प्रिजन च अग लगी सी जिथे कि फायर फाइटर्स नूं बुलाया गया अग बुझाउण लई, सो कॉल्ड टू द प्रिजन आएगा। नैक्सट है डू यू थिंक टू मैनी पीपल आर सेंट टू प्रिजन। ਕੀ ਤੁਹਾਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕੀ ਪ੍ਰਿਜ਼ਨ 'ਚ ਭੇਜੇ ਜਾਂਦੇ ਨੇ। ਹੁਣ ਕਿਸੇ ਵੀ ਸਪੈਸੀਫਿਕ ਪ੍ਰਿਜ਼ਨ ਦੀ ਗੱਲ ਨਹੀਂ ਹੋਈ, ਸੋ ਦਿਸ ਸੈਂਟੈਂਸ ਇਜ਼ ਆਲਸੋ ਓਕੇ। ਨੈਕਸਟ ਹੈ 74.4। ਆਪਾਂ ਦੇਖਣਾ ਹੈ ਕਿ ਦੋਨਾਂ ਆਪਸ਼ਨਸ 'ਚੋਂ ਕਿਹੜਾ ਆਪਸ਼ਨ ਕਰੈਕਟ ਹੈ। ਦੋ ਦੋ ਆਪਸ਼ਨ ਦਿੱਤੇ ਹੋਏ ਨੇ ਆਪਾਂ ਨੂੰ। ਸੋ ਫਸਟ ਇਜ਼ ਆਲਰੇਡੀ ਡਨ, ਸੈਕਿੰਡ ਇਜ਼ ਆਈ ਲਾਈਕ ਟੂ ਰੀਡ ਡੈਸ਼ ਇਨ ਬੈਡ ਔਰ ਇਨ ਦ ਬੈਡ ਬਿਫੋਰ ਆਈ ਗੋ ਟੂ ਸਲੀਪ। ਹੁਣ ਇਹਨਾਂ 'ਚੋਂ ਕਿਹੜਾ ਆਏਗਾ, ਸੌਣ ਤੋਂ ਪਹਿਲਾਂ ਉਹ ਕਹਿੰਦਾ ਮੈਨੂੰ ਪੜ੍ਹਨਾ ਪਸੰਦ ਆ। ਠੀਕ ਹੈ, ਹੁਣ ਕਿਸੇ ਸਪੈਸੀਫਿਕ ਬੈੱਡ ਦੀ ਤਾਂ ਗੱਲ ਹੋਈ ਨਹੀਂ, ਕੋਈ ਵੀ ਬੈੱਡ ਜਿਹਦੇ 'ਚ ਅਗਲਾ ਬੰਦਾ ਸੌਂਦਾ ਹੈ, ਠੀਕ ਹੈ, ਉਹਦੀ ਗੱਲ ਹੋ ਰਹੀ ਹੈ। ਸੋ ਵਿਚ ਇਜ਼ ਕਰੈਕਟ, ਇਨ ਬੈੱਡ। ਓਕੇ, ਸੋ ਜਿਹੜਾ ਕਰੈਕਟ ਹੈ ਮੈਂ ਉਹਦੇ ਉੱਤੇ ਸਟਾਰ ਲਗਾ ਰਹੀ ਹਾਂ। ਨੈਕਸਟ ਹੈ ਸ਼ੈਲ ਵੀ ਮੀਟ ਆਫਟਰ ਵਰਕ ਔਰ ਆਫਟਰ ਦ ਵਰਕ ਟਮੋਰੋ ਈਵਨਿੰਗ। ਆਪਾਂ ਕੱਲ ਕੰਮ ਤੋਂ ਬਾਅਦ ਮਿਲੀਏ, ਸੋ ਆਫਟਰ ਵਰਕ ਇਜ਼ ਕਰੈਕਟ ਆਪਸ਼ਨ।
नेक्स्ट है आई लव स्विमिंग इन सी और इन द सी। आई लव स्विमिंग इन द सी, सानू पता है कि सी दे नाल द लगदा है, ठीक है। इट्स नाइस टू ट्रेवल अराउंड बट देर इज नो प्लेस लाइक होम और लाइक द होम। देर इज नो प्लेस लाइक होम, किसी स्पेसिफिक होम की गल नहीं हुई, इन जनरल होम, ठीक है। नेक्स्ट है सैम लाइक्स टू गो टू बेड और गो टू द बेड अर्ली एंड गेट अप अर्ली। सो गो टू बेड, go to bed is the right answer. Next है I didn't sleep well in the hotel, bed और the bed was uncomfortable। ਹੁਣ ਕਿਹੜੇ bed ਦੀ ਗੱਲ ਹੋਈ ਹੈ, ਕਿਸੇ specific bed ਦੀ ਗੱਲ ਹੋਈ ਹੈ ਜਿਹੜਾ ਹੋਟਲ ਦੇ ਵਿੱਚ ਸੀਗਾ ਜਿਹਦੇ ਤੇ ਉਹ ਸੁੱਤੇ ਸੀ, ਠੀਕ ਹੈ। ਸੋ the bed ਆਇਆ। Next है how long did it take to cross the ocean, how long were you at sea or at the sea। ਹੁਣ ਇੱਥੇ ਜਿਹੜਾ ਸੀ ਹੈ ਉਹ ਕਿਸੇ ਸਪੈਸੀਫਿਕ ਸੀ ਦੀ ਗੱਲ ਨਹੀਂ ਹੋਈ, ਸੀ ਇੱਕ ਜਨਰਲ ਆਈਡੀਆ ਦੀ ਗੱਲ ਹੋਈ ਹੈ, ਠੀਕ ਹੈ, ਕਿ ਸਮੁੰਦਰ ਦੇ ਵਿੱਚ ਤੁਸੀਂ ਕਿੰਨਾ ਟਾਈਮ ਸੀਗੇ, ਠੀਕ ਹੈ। ਹੁਣ ਸਪੈਸੀਫਿਕ ਸੀ ਨਹੀਂ, ਸੀ ਦੇ ਵਿਚਲੇ ਟਾਈਮ ਦੀ ਗੱਲ ਹੋ ਰਹੀ ਹੈ, ਸੋ ਐਟ ਸੀ। ਨਾਈਨਥ ਹੈ what time do you usually start work or the work in the morning, so start work, okay। So that is all, this was unit 74। I hope you understood all the concepts. If any problem, please let me know, and if you understood everything, please like the video and let me know in the comment section. Thank you so much.